पंजाब देखने वाले सारे दर्शकों का स्वागत है जी। मैं हाँ मनदीप सिंह टोटा ते लैके हाजिर हाँ खास प्रोग्राम ट्रकिंग नाउ, जिहदे विच असीं गलबात करते हैं खास ट्रकिंग इंडस्ट्री ਦੀਆਂ अपडेट्स की जो कि नॉर्थ अमेरिका नाल जुड़ियां होंदियां ने। ते मेरे नाल मेरे सहयोगी रमन ढिल्लों जो कि कैलीफोर्निया तो हर तरह जुड़े हुए ने। ढिल्लों साहब बहुत बहुत स्वागत है जी तुहाडा। शुक्रिया जी, बहुत बहुत। जी। अच्छा ਢਿੱਲੋਂ ਸਾਹਿਬ ਪਹਿਲਾਂ ਆਪਾਂ ਗੱਲ ਕਰਦੇ ਹਾਂ ਟੈਕਨੋਲੋਜੀ ਦੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਟਰੱਕਿੰਗ ਇੰਡਸਟਰੀ ਵਿੱਚ ਵੀ ਜਿਹੜੀ ਟੈਕਨੋਲੋਜੀ ਬਹੁਤ ਐਡਵਾਂਸ ਹੋ ਰਹੀ ਹੈ। ਔਰ ਬੀਤੇ ਦਿਨ ਆਪਾਂ ਚਰਚਾ ਕਰ ਰਹੇ ਸੀ ਇਲੈਕਟ੍ਰੋਨਿਕ ਟਰੱਕ ਦੀ, ਕਿਉਂਕਿ এনवायरमेंट ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੋ ਗਿਆ। ਆਪਾਂ ਦੇਖ ਰਹੇ ਕਿ ਕਿਵੇਂ ਕੈਲੀਫੋਰਨੀਆ ਵਿੱਚ ਇਸ ਵਕਤ ਅੱਗਾਂ ਲੱਗੀਆਂ ਹੋਈਆਂ ਤੇ ਹੁਣ ਸੁਣਿਆ ਕਿ ਕੋਈ ਇਸ ਤਰ੍ਹਾਂ ਦੇ ਟਰੱਕ ਆਏ ਆ ਜਿਹੜੇ ਪਾਣੀ ਤੋਂ ਹਾਈਡਰੋਜਨ ਗੈਸ ਨਾਲ ਚੱਲਦੇ ਆ। ਥੋੜੀ ਇਹਦੇ ਬਾਰੇ ਵੀ ਜ਼ਰੂਰ ਸਮਝਾਓ ਸਾਨੂੰ, ਕੀ ਚੀਜ਼ ਹੈ ਇਹ। ਜੀ ਬਿਲਕੁਲ ਜੀ, ਜਿਹੜਾ ਨਿਕੋਲਾ ਟਰੱਕ ਹੈਗਾ ਆ ਇਹ 2018 ਦੇ ਵਿੱਚ ਜਿਹੜਾ ਲਾਂਚ ਹੋਇਆ ਸੀ ਫੀਨਿਕਸ ਦੇ ਵਿੱਚ, ਤੇ ਇਹ ਜਿਹੜਾ ਟਰੱਕ ਹੈਗਾ ਇਹ ਟੋਟਲੀ ਹਾਈਡਰੋਜਨ ਪਾਵਰ ਟਰੱਕ ਹੈਗਾ, ਹਾਈਡਰੋਜਨ ਦੇ ਉੱਤੇ ਚੱਲਦਾ ਹੈਗਾ ਔਰ ਹਾਈਡਰੋਜਨ ਦੇ ਨਾਲ ਹੀ ਇਹਦੀ ਸਾਰੀ ਜਿਹੜੀ ਪਾਵਰ ਮਿਲਦੀ ਹੈਗੀ ਆ। ਸੋ ਇਸ ਵੇਲੇ ਖਬਰ ਆ ਰਹੀ ਆ ਕਿ ਜਿਹੜਾ ਨਿਕੋਲਾ ਟਰੱਕ ਹੈਗਾ ਆ ਇਹਦੇ ਜਿਹੜੇ ਕਰਤਾ ਧਰਤਾ ਸੀ, ਇਹਦੇ ਜਿਹੜੇ ਬਾਨੀ ਸੀਗੇ, ਜਿਹੜੇ ਇਹਨੂੰ ਲੈ ਕੇ ਆਉਣ ਵਾਲੇ ਬਣਾਉਣ ਵਾਲੇ ਸੀਗੇ, ਉਹ ਇਸ ਟਰੱਕਿੰਗ ਇਸ ਕੰਪਨੀ ਤੋਂ ਜਿਹੜਾ ਨਿਕੋਲਾ ਹੈਗੀ ਆ ਉਹ ਤੋਂ ਰੁਖਸਤ ਹੋ ਚੁੱਕੇ ਆ, ਉਹ ਛੱਡ ਚੁੱਕੇ ਆ। ਤੇ ਇਹ ਜਿਹੜੀ ਕੰਪਨੀ ਹੈਗੀ ਆ ਇਹ ਆਪਣੇ ਆਪ ਦੇ ਵਿੱਚ ਇੱਕ ਕਾਫੀ ਪਾਵਰ ਬਣਦੀ ਜਾ ਰਹੀ ਹੈ। ਸੋ ਇਸ ਵੇਲੇ ਜਿਹੜਾ ਇਹ ਟਰੱਕ ਹੈਗਾ ਇਹਦੇ ਬਰਾਬਰ ਤੇ ਜਿਹੜਾ ਨਿਕੋਲਾ ਟਰੱਕ ਹੈਗਾ ਇਹ ਬੇਸਿਕਲੀ ਜੀ ਇਹ ਹਾਈਡਰੋਜਨ ਪਾਵਰਡ ਸੈੱਲ ਹੈਗਾ। ਸੋ ਹਾਈਡਰੋਜਨ ਜਿਹੜੀ ਆ ਉਹ ਆਕਸੀਜਨ ਹਾਈਡਰੋਜਨ ਜਿਹੜੀ ਆ ਉਹ ਬੇਸਿਕਲੀ ਵਾਟਰ ਹੀ ਹੈ। ਸੋ ਹਾਈਡਰੋਜਨ ਪਾਵਰ ਹੈਗਾ, ਇਹਦੇ ਵਿੱਚ ਕੋਈ ਇੰਜਨ ਨਹੀਂ ਹੈਗਾ, ਕੋਈ ਗੇਅਰ ਬਾਕਸ ਨਹੀਂ ਹੈਗਾ, ਕੁਛ ਨਹੀਂ ਹੈਗਾ। ਸੋ ਟੋਟਲੀ ਇਹ ਹਾਈਡਰੋਜਨ ਦੇ ਉੱਤੇ ਚੱਲਦਾ ਹੈਗਾ ਔਰ ਇਹਦੇ ਐਮਿਸ਼ਨਸ ਦੇ ਵਿੱਚ ਜਿਹੜਾ ਆ ਉਹ ਜਿਹੜਾ ਬਾਹਰ ਜਿੱਦਾਂ ਆਪਾਂ ਕਹਿੰਦੇ ਧੂੰਆਂ ਨਿਕਲਦਾ ਹੈ, ਸੋ ਉਹਦੇ ਵਿੱਚ ਸਿਰਫ ਤੇ ਸਿਰਫ ਪਾਣੀ ਜਿਹੜਾ ਆ ਉਹ ਬਾਹਰ ਆਉਂਦਾ ਹੈ ਜੀ। ਅੱਛਾ, ਤੁਸੀਂ ਪਰਸਨਲੀ ਦੇਖਿਆ ਇਹ ਟਰੱਕ ਕਿਸ ਤਰ੍ਹਾਂ ਦੀ ਇਹਦੀ ਬਣਤਰ ਆ ਤੇ ਥੋੜਾ ਜਿਹਾ ਇਹਦੇ ਬਾਰੇ ਹੋਰ ਐਕਸਪਲੇਨ ਦੱਸ ਸਕਦੇ ਹੋ? ਕਿਉਂਕਿ ਬੜੀ ਮੈਨੂੰ ਥੋੜਾ ਚੰਬਾ ਜਿਹਾ ਲੱਗਾ ਸੁਣ ਕੇ ਇਹ ਗੱਲ। ਬਿਲਕੁਲ ਜੀ, ਇਹ ਟਰੱਕ ਜਿਹੜਾ ਆ ਬੜਾ ਇੰਟਰਸਟਿੰਗ ਹੈਗਾ ਔਰ ਬਹੁਤ ਵਧੀਆ ਟਰੱਕ ਬਣਾਇਆ ਹੈਗਾ। ਇਹਦੇ ਵਿੱਚ ਟਰੱਕ ਦੇ ਵਿੱਚ ਜਿਹੜਾ ਟੋਟਲੀ ਇੰਜਨ ਨਹੀਂ ਹੈਗਾ ਔਰ ਨਾ ਹੀ ਗੇਅਰ ਬਾਕਸ ਹੈ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹਦੇ ਵਿੱਚ ਟੋਟਲੀ ਜਿਹੜਾ ਇਸ ਵੇਲੇ ਹੈਗਾ ਕਿ ਹਾਈਡਰੋਜਨ ਪਾਵਰਡ ਹੈਗਾ। ਜਿਹੜੀਆਂ ਇਹਦੀਆਂ ਟਾਇਰਸ ਹੈਗੇ, ਜਿਹੜੇ ਐਕਸਲ ਹੈਗੇ ਆ, ਐਕਸਲਸ ਦੇ ਉੱਤੇ 4 ਬੈਟਰੀਜ਼ ਹੈਗੀਆਂ ਆਪਣੀਆਂ, ਸੌਰੀ 4 ਮੋਟਰਾਂ ਲੱਗੀਆਂ ਹੈਗੀਆਂ, ਜਿਹੜੀਆਂ ਮੋਟਰਾਂ ਇਹਦੇ ਐਕਸਲਸ ਨੂੰ ਮੂਵ ਕਰਦੀਆਂ ਹੈਗੀਆਂ, ਜਿਹੜਾ ਟਾਇਰਾਂ ਨੂੰ ਮੂਵ ਕਰਦੀਆਂ ਹੈਗੀਆਂ। ਸੋ ਇਹਨਾਂ ਦੀ ਸਪੀਡ ਜਿਹੜੀ ਆ ਉਹ ਇੱਕਦਮ ਬਹੁਤ ਕੁਇਕ ਹੁੰਦੀ ਆ, ਕਿਉਂਕਿ ਇੰਜਨ ਦੇ ਥਰੂ ਜਿਹੜੇ ਚੱਲਣਾ, ਉਹਨੇ ਗੇਅਰ ਬਾਕਸ ਨੂੰ ਮੂਵ ਕਰਨਾ, ਗੇਅਰ ਨੇ ਫਿਰ ਜਿਹੜੇ ਪਿੱਛੇ ਧੁਰੇ ਹੁੰਦੇ ਉਹਨਾਂ ਨੂੰ ਮੂਵ ਕਰਨਾ, ਫਿਰ ਉਹਨੇ ਐਕਸਲਸ ਟਾਇਰਾਂ ਨੂੰ ਮੂਵ ਕਰਨਾ। ਪਰ ਇੱਥੇ ਇੰਸਟੈਂਟ ਹੈ, ਜਿੱਦਾਂ ਆਪਣੀ ਟੈਸਲਾ ਕਾਰ ਹੈਗੀ ਆ ਉਹ ਇੱਕਦਮ ਸਪੀਡ ਫੜਦੀ ਆ, ਇੱਕਦਮ ਦੌੜਦੀ ਆ, ਇਦਾਂ ਹੀ ਇਹ ਜਿਹੜੇ ਟਰੱਕ ਹੈਗੇ ਆ ਇਹ ਬਿਲਕੁਲ ਇੱਕਦਮ ਜਿਹੜੀ ਉਹ ਸਪੀਡ ਫੜਦੇ ਹੈਗੇ ਆ। ਔਰ ਇੱਕ ਵਾਰੀ ਜਿਹੜਾ ਇਹ ਚਾਰਜ ਕੀਤਾ ਟਰੱਕ ਹੈ, ਇੱਕ ਵਾਰੀ ਇਹਦੇ ਟੈਂਕ ਜਿਹੜੇ ਆ ਉਹ ਆਪਣੇ ਹਾਈਡਰੋਜਨ ਦੇ ਨਾਲ ਫੁੱਲ ਕੀਤੇ ਹੋਣ ਤੇ ਇਹ ਟਰੱਕ ਜਿਹੜਾ ਹੈਗਾ 1200 ਮੀਲ ਦੀ ਇਹਦੀ ਰੇਂਜ ਹੈਗੀ ਆ। ਇੱਕ ਵਾਰੀ ਫਿਲ ਕਰਨ ਤੋਂ ਬਾਅਦ ਇਹ 1200 ਮੀਲ ਤੱਕ ਚੱਲ ਸਕਦਾ। ਔਰ ਇਸ ਟਰੱਕ ਦੇ ਵਿੱਚ ਜਿਹੜੀ ਇਸ ਵੇਲੇ ਜਿਹੜੀ ਸਾਰਿਆਂ ਨੂੰ ਜਾਰੀ ਜਿਹੜੀ ਇਸ ਟਰੱਕ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਹੈ, ਜਾਂ ਪ੍ਰੋਬਲਮ ਤਾਂ ਨਹੀਂ ਕਹਿ ਰਹੇ, ਪਰ ਇਹ ਜਿਹੜੀ ਚੀਜ਼ ਹੈ ਕਿ ਇਸ ਟਰੱਕ ਨੂੰ ਤੁਹਾਨੂੰ ਜਿਹੜਾ ਆ ਉਹ ਇਹਦਾ ਜਿਹੜਾ ਇਨਫਰਾਸਟ੍ਰਕਚਰ ਹੈ, ਕਿਉਂਕਿ ਹਰ ਟਰੱਕ ਸਟਾਪ ਦੇ ਉੱਤੇ ਜਾਂ ਤਾਂ ਹਾਈਡਰੋਜਨ ਜਿਹੜੀ ਕੰਪਰੈਸਡ ਹਾਈਡਰੋਜਨ ਹੈ ਉੱਥੇ ਡਿਲੀਵਰ ਕੀਤੀ ਜਾਵੇ ਜਾਂ ਉੱਥੇ ਬਣਾਈ ਜਾਵੇ। ਤੇ ਉਦੋਂ ਜਿਹੜਾ ਇਹਦੀ ਗੱਲ ਹੋਈ ਸੀਗੀ ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਟਰਾਈ ਕਰ ਰਹੇ ਆ ਕਿ ਹਰ ਟਰੱਕ ਸਟਾਪ ਦੇ ਉੱਤੇ ਜਿਹੜਾ ਆ ਉਹ ਹਾਈਡਰੋਜਨ ਦਾ ਪ੍ਰੋਡਕਸ਼ਨ ਜਿਹੜਾ ਯੂਨਿਟ ਆ ਉੱਥੇ ਲਾਇਆ ਜਾਵੇ, ਤਾਂ ਕਿ ਉੱਤੇ ਹੀ ਹਾਈਡਰੋਜਨ ਬਣਾਈ ਜਾਵੇ ਕਿ ਜਿਹੜਾ ਡਿਲੀਵਰੀ ਕਰਨ ਦਾ ਖਰਚਾ ਆ ਜਾਂ ਜਿਹੜਾ ਇਹਨੂੰ ਦੂਰ ਕਿਤੇ ਬਣਾਉਣ ਦਾ ਡਿਲੀਵਰੀ ਕਰਨ ਦਾ ਖਰਚਾ ਉਹ ਘੱਟ ਜਾਵੇ। ਤੇ ਪਰ ਇਹ ਜਿਹੜਾ ਟਰੱਕ ਹੈਗਾ ਇਹਦੇ ਵਿੱਚ ਇਹ ਟਰੱਕ ਨੂੰ ਤੁਸੀਂ ਪਰਚੇਜ਼ ਨਹੀਂ ਹੈਗਾ, ਇਹ ਲੀਜ਼ ਹੈਗਾ, ਲੀਜ਼ ਕਰ ਸਕਦੇ ਆ ਤੁਸੀਂ ਇਸ ਟਰੱਕ ਨੂੰ। ਸੋ ਸਾਨੂੰ ਉਦੋਂ ਜਿਹੜਾ ਆਈਡੀਆ ਮਿਲਿਆ ਸੀਗਾ ਮੇਰੇ ਖਿਆਲ ਉਹ 85 ਤੋਂ 90 ਸੈਂਟ ਪਰ ਮੀਲ ਦੀ ਲੀਜ਼ ਸੀਗੀ, ਜਿਹਦੇ ਵਿੱਚ ਕੀ ਤੁਹਾਡਾ ਟਰੱਕ ਦੀ ਪੇਮੈਂਟ, ਤੁਹਾਡਾ ਫਿਊਲ ਤੇ ਤੁਹਾਡਾ ਰੋਡ ਸਾਈਡ ਅਸਿਸਟੈਂਸ, ਇਹ ਤਿੰਨੇ ਚੀਜ਼ਾਂ ਜਿਹੜਾ ਆ 85 ਤੋਂ 90 ਸੈਂਟ ਦੇ ਵਿੱਚ ਇਨਕਲੂਡਡ ਹੈਗੀਆਂ। ਸੋ ਇਹਦਾ ਕੋਈ ਚਾਰਜ ਨਹੀਂ ਹੈਗਾ ਬੁਕਿੰਗ ਦਾ। ਸੋ ਇਹ ਫ੍ਰੀ ਬੁਕਿੰਗ ਹੈਗੀ ਜੇ ਤੁਸੀਂ ਆਪਣੇ ਲਈ ਬੁਕਿੰਗ ਕਰਾਉਣਾ ਚਾਹੁੰਦੇ ਆ। ਪਰ ਬੜਾ ਇੰਟਰਸਟਿੰਗ ਟਰੱਕ ਹੈਗਾ ਮਨਦੀਪ, ਕਿਉਂਕਿ ਜਿਹੜੇ ਮੂਵਿੰਗ ਪਾਰਟਸ ਹੈਗੇ ਆ ਨਾ ਟਰੱਕ ਦੇ ਵਿੱਚ ਉਹ ਬਹੁਤ ਥੋੜੇ ਆ। ਮੂਵਿੰਗ ਪਾਰਟਸ ਜਿਹੜੇ ਆ ਟਰੱਕ ਦੇ ਵਿੱਚ ਬਿਲਕੁਲ ਥੋੜੇ ਹੈਗੇ, ਉਹਦੇ ਕਰਕੇ ਇਹਦਾ ਜਿਹੜਾ ਡਾਊਨ ਟਾਈਮ ਹੈਗਾ ਉਹ ਵੀ ਟਰੱਕ ਦਾ ਹੋ ਸਕਦਾ ਕਿ ਬਹੁਤ ਘੱਟ ਹੋਵੇ। ਇਹ ਜਿਹੜੀ ਲੀਜ਼ ਹੈਗੀ ਆ ਇਹ ਮਿਲੀਅਨ ਮਾਈਲ ਦੀ ਲੀਜ਼ ਹੈਗੀ ਆ, 1 ਮਿਲੀਅਨ ਮਾਈਲ ਤੱਕ ਉਹਨਾਂ ਨੇ ਲੀਜ਼ ਜਿਹੜੀ ਦੇਣੀ ਹੈਗੀ ਆ। ਔਰ ਉਸ ਤੋਂ ਬਾਅਦ ਜਿਹੜਾ ਟਰੱਕ ਹੈਗਾ ਉਹ ਵਾਪਸ ਕੰਪਨੀ ਦੇ ਕੋਲ ਚਲਾ ਜਾਂਦਾ ਹੈ। ਸੋ ਬੇਸਿਕਲੀ ਜਿਹੜਾ ਇਹ ਟਰੱਕ ਹੈ, ਜਿਹੜੇ ਵਿਜ਼ਨ ਦੇ ਨਾਲ ਇਹਨੂੰ ਕੱਢਿਆ ਗਿਆ ਜਾਂ ਲਿਆਂਦਾ ਗਿਆ,
ਉਹਦੇ ਵਿਜ਼ਨ ਦੇ ਹਿਸਾਬ ਦੇ ਨਾਲ ਜਿਹੜਾ ਹਿਸਾਬ ਕਿਤਾਬ ਕੀਤਾ ਜਾਵੇ ਤਾਂ ਥੋੜੀ ਜਿਹੀ ਮਹਿੰਗੀ ਲੱਗਦੀ ਆ ਲੀਜ਼, ਕਿਉਂਕਿ ਹੁਣ ਵੀ ਜਿਹੜਾ ਡੀਜ਼ਲ ਟਰੱਕ ਹੈਗਾ, ਜੇ ਉਹਦੀ ਪੇਮੈਂਟ ਤੇ ਉਹਦਾ ਫਿਊਲ ਤੇ ਉਹਦਾ ਸਾਰਾ ਖਰਚਾ ਕੱਢਿਆ ਜਾਏ ਤੇ ਮੈਂ ਮੰਥਲੀ ਐਵਰੇਜ ਅਸੀਂ ਕੱਢ ਕੇ ਦੇਖੀ ਸੀ ਕਿ ਉਹ ਵੀ ਕੋਈ 80-85 ਦੇ ਲਾਗੇ ਪੈਂਦਾ ਹੈਗਾ ਜੀ। ਮਤਲਬ ਕਿ ਫਿਰ ਤਾਂ ਡੀਜ਼ਲ ਟਰੱਕ ਨਾਲ ਕੋਈ ਬਹੁਤਾ ਇਹਦਾ ਫਰਕ ਨਹੀਂ ਖਰਚੇ ਦਾ, ਔਰ ਮੈਨੂੰ ਲੱਗਦਾ ਕਿ ਸ਼ਾਇਦ ਫਿਊਚਰ 'ਚ ਅਸੀਂ ਇਹ ਟਰੱਕ ਜਿਹੜਾ ਜ਼ਿਆਦਾ ਸੜਕਾਂ ਤੇ ਦੇਖ ਸਕਦੇ ਹਾਂ। ਜੀ ਬਿਲਕੁਲ, ਕਿਉਂਕਿ ਦੇਖੋ ਫਿਊਚਰ ਦੇ ਵਿੱਚ ਹੁਣ ਜਿੱਦਾਂ ਕੈਲੀਫੋਰਨੀਆ ਹੈ, ਕੈਲੀਫੋਰਨੀਆ ਦੇ ਵਿੱਚ ਇੱਕ ਚੀਜ਼ ਉਹਨਾਂ ਨੇ ਕਰ ਦਿੱਤੀ ਹੈਗੀ ਆ ਕਿ 2024 ਦੇ ਵਿੱਚ ਜਿੰਨੇ ਵੀ ਟਰੱਕ ਕੈਲੀਫੋਰਨੀਆ 'ਚ ਵਿਕਣਗੇ, ਜਿੰਨੇ ਵੀ ਮੈਨੂਫੈਕਚਰ ਦੇ ਟਰੱਕ ਵਿਕਣਗੇ, ਉਹਨਾਂ ਨੂੰ 1% ਜਿਹੜੀ ਆ ਟਰੱਕ ਦੀ, ਇੱਕ ਸੈੱਟ ਪਰਸੈਂਟੇਜ ਜਿਹੜੀ ਆ ਉਹ ਇਲੈਕਟ੍ਰਿਕ ਟਰੱਕ ਵੇਚਣਾ ਪਊਗਾ, ਜਾਂ ਉਹ ਟਰੱਕ ਵੇਚਣਾ ਪਊਗਾ ਜਿਹੜਾ ਜ਼ੀਰੋ ਐਮਿਸ਼ਨ ਹੈਗਾ, ਜਿਹਦੇ ਵਿੱਚੋਂ ਕੋਈ ਜੀ। ਧੂੰਆਂ ਨਹੀਂ ਨਿਕਲਦਾ, ਜਿਹਦੇ ਵਿੱਚੋਂ ਬਿਲਕੁਲ ਪੋਲਿਊਸ਼ਨ ਨਹੀਂ ਹੁੰਦੀ। ਸੋ 2024 ਦੇ ਵਿੱਚ ਜਿਹੜਾ ਇਹ ਟੀਚਾ ਰੱਖਿਆ ਗਿਆ ਆ, ਤੇ 2034 ਦੇ ਵਿੱਚ ਇਹਦਾ ਜਿਹੜਾ 50% ਹੈ, ਤੇ 2044 ਦੇ ਵਿੱਚ ਇਹਨੂੰ 100% ਕਰਨ ਦਾ ਟੀਚਾ ਹੈਗਾ ਕੈਲੀਫੋਰਨੀਆ ਦਾ। ਕੈਲੀਫੋਰਨੀਆ ਵਰਲਡ ਦਾ ਇੱਕ ਐਸਾ ਸਟੇਟ ਜਾਂ ਐਸੀ ਜਗ੍ਹਾ ਬਣ ਗਈ ਆ ਜਿਹਨੇ ਕਿ ਵਰਲਡ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਇਹ ਲਾਅ ਪਾਸ ਕੀਤਾ ਹੈਗਾ ਕਿ ਜਿਹਦੇ ਵਿੱਚ 2024 ਦੇ ਵਿੱਚ ਉਹਨਾਂ ਨੇ ਕੁਝ ਪਰਸੈਂਟ ਦੇ ਜਿਹੜੇ ਟਰੱਕ ਆ ਉਹ ਇਲੈਕਟ੍ਰਿਕ ਵੇਚਣੇ ਹੀ ਵੇਚਣੇ ਆ। ਸੋ ਇਸੇ ਹੀ ਗੱਲ ਦੇ ਉੱਤੇ ਮਨਦੀਪ, ਜਿਹੜੇ ਦੂਜੇ ਹੋਰ ਵੀ ਜਿਹੜੇ ਟਰੱਕਿੰਗ ਮੈਨੂਫੈਕਚਰ ਹੈਗੇ ਆ, ਜਿੱਦਾਂ ਹੁਣ ਹੁੰਡਾਈ ਕਹਿ ਲਓ, ਹੁੰਡਾਈ ਦਾ ਜਿਹੜਾ ਟਰੱਕ ਹੈਗਾ ਆ ਉਹ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਅਗਲੇ ਸਾਲ ਸਤੰਬਰ 15 ਤੱਕ ਉਹਨਾਂ ਨੇ ਆਪਣਾ ਜਿਹੜਾ ਟਰੱਕ ਹੈਗਾ ਆ ਹੁੰਡਾਈ ਵਾਲਿਆਂ ਨੇ, ਉਹ ਵੀ ਉਹਨਾਂ ਨੇ ਟੈਸਟਿੰਗ ਵਾਸਤੇ ਕੈਲੀਫੋਰਨੀਆ ਦੇ ਵਿੱਚ ਉਹਨੂੰ ਸ਼ੁਰੂ ਕਰ ਦੇਣਾ ਹੈਗਾ। ਔਰ ਨਾਰਥ ਅਮਰੀਕਾ ਦੇ ਵਿੱਚ ਕਹਿ ਲਓ, ਕੈਲੀਫੋਰਨੀਆ ਦੇ ਇਕੱਲੇ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ। ਤੇ ਜਿਹੜੇ ਹਾਈਡਰੋਜਨ ਪਾਵਰਡ ਸੈੱਲ ਹੈਗੇ ਆ, ਉਹਨਾਂ ਦਾ ਪੂਰਾ ਆਈਡੀਆ ਹੈਗਾ ਕਿ ਨਾਰਥ ਅਮਰੀਕਾ ਦੇ ਵਿੱਚ 2022 ਤੱਕ ਉਹ ਜਿਹੜੇ ਟਰੱਕ ਹੈਗੇ ਆ ਉਹ ਉਹਨਾਂ ਨੇ ਉਤਾਰਨ ਦਾ ਫੈਸਲਾ ਜਿਹੜਾ ਕੀਤਾ ਹੈਗਾ। ਕੰਪਨੀ ਨੇ 10 ਟਰੱਕ ਜਿਹੜੇ ਆ ਐਕਸੈਂਟ ਫਿਊਲ ਟਰੱਕ ਜਿਹੜੇ ਆ ਉਹ ਸਵਿਟਜ਼ਰਲੈਂਡ 'ਚ ਆਲਰੇਡੀ ਉਤਾਰੇ ਹੋਏ ਆ ਟੈਸਟਿੰਗ ਵਾਸਤੇ ਉੱਥੇ ਜੁਲਾਈ ਦੇ ਵਿੱਚ। ਸੋ ਉਹ ਪਾਇਲਟ ਪ੍ਰੋਗਰਾਮ ਜਿਹੜਾ ਉੱਥੇ ਚੱਲ ਰਿਹਾ ਹੈਗਾ। ਸੋ ਹੁੰਡਾਈ ਨੇ ਪਲਾਨ ਕੀਤੀ ਹੈ ਕਿ 1600 ਟਰੱਕ ਜਿਹੜੇ H2 ਟਰੱਕ ਹੈਗੇ ਆ ਉਹ ਸਵਿਟਜ਼ਰਲੈਂਡ ਦੀ ਮਾਰਕੀਟ ਦੇ ਵਿੱਚ 2025 ਤੱਕ ਜਿਹੜੇ ਆ ਉਹ ਉਤਾਰੇ ਜਾਣਗੇ। ਸੋ ਏਮ ਇਹੋ ਹੀ ਆ ਕਿ ਉਹਨਾਂ ਨੇ ਐਨੂਅਲ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹ 11,000 ਯੂਨਿਟ ਤੋਂ ਜਿਹੜੀ 2020 ਦੇ ਵਿੱਚ ਉਹਨਾਂ ਦੀ 11,000 ਯੂਨਿਟ ਹੈਗੀ ਆ ਉਹ ਵਧਾ ਕੇ 40,000 ਯੂਨਿਟ 2022 ਤੇ 1,30,000 ਯੂਨਿਟ 2025 ਤੇ 5 ਲੱਖ ਯੂਨਿਟ ਜਿਹੜੇ 2030 ਤੱਕ ਕਰਨੇ ਆ। ਸੋ ਇਹ ਜਿਹੜੀ ਦੌੜ ਆ ਨਾ, ਇਹ ਸਿਰਫ ਇਸੇ ਕਰਕੇ ਚੱਲ ਰਹੀ ਆ ਹੁਣ ਕਿਉਂਕਿ ਕੈਲੀਫੋਰਨੀਆ ਨੇ ਇਹ ਅਨਾਉਂਸਮੈਂਟ ਕਰਤੀ ਆ ਕਿ ਜਿਹੜੇ ਜ਼ੀਰੋ ਐਮਿਸ਼ਨ ਵਾਲੇ ਟਰੱਕ ਆ, ਜਾਂ ਉਹ ਬੈਟਰੀ ਪਾਵਰ ਟਰੱਕ ਹੋਣ, ਜਾਂ ਉਹ ਹਾਈਡਰੋਜਨ ਫਿਊਲ ਸੈੱਲ ਵਾਲੇ ਟਰੱਕ ਹੋਣ, ਹਾਈਡਰੋਜਨ ਫਿਊਲ ਵਾਲੇ ਟਰੱਕ ਹੋਣ। ਸੋ ਜ਼ੀਰੋ ਐਮਿਸ਼ਨ ਸਿਰਫ ਇਹਨਾਂ ਚੋਂ ਦੋਨਾਂ ਚੋਂ ਹੀ ਆਉਂਦਾ ਆ। ਸੋ ਇਹ ਜਿਹੜੀ ਦੌੜ ਆ ਹੁਣ, ਇਹ ਦੌੜ ਸ਼ੁਰੂ ਹੋ ਗਈ ਆ ਕਿ ਕਿਹੜਾ ਇਹਦੇ ਵਿੱਚ ਜਿਹੜਾ ਆ ਇਹ ਟਰੱਕ ਜਿਹੜਾ ਇਹਨੂੰ ਅੱਗੇ ਚੱਲਦਾ ਆ। ਤੇ ਇਹ ਦੂਜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਮਤਲਬ ਅਸੀਂ ਲਾਸਟ ਈਅਰ ਅਟਲਾਂਟਾ ਦੇ ਵਿੱਚ ਅਸੀਂ ਟਰੱਕ ਸ਼ੋਅ 'ਚ ਗਏ ਸੀਗੇ, ਤੇ ਅਟਲਾਂਟਾ ਟਰੱਕ ਸ਼ੋਅ ਦੇ ਵਿੱਚ ਜਿਹੜਾ ਹੁੰਡਾਈ ਨੇ ਨੈਪਟਿਊਨ ਟਰੱਕ ਹੈਗਾ ਉਹਨਾਂ ਦਾ ਉਹ ਸ਼ੋਕੇਸ ਕੀਤਾ ਸੀਗਾ। ਤੇ ਉਹ ਟਰੱਕ ਤਾਂ ਟ੍ਰੇਲਰ ਜਿਹੜਾ ਦੋਨੋਂ ਹੀ ਆ ਉਹ ਹਾਈਡਰੋਜਨ ਸੈੱਲ ਤੇ ਚੱਲਦੇ ਆ। ਸੋ ਦੋਨੋਂ ਹੀ ਉਹਦੇ ਵਿੱਚ ਹਾਈਡਰੋਜਨ ਸੈੱਲ ਤੇ ਚੱਲਦੇ ਆ। ਜਿਹੜਾ ਟ੍ਰੇਲਰ ਹੈਗਾ ਉਹਦੇ ਵਿੱਚ ਕੋਈ ਇੰਜਨ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, 2 ਇਵੈਪੋਰੇਟਰ ਲੱਗੇ ਆ, ਤੇ ਉਹ ਜਿਹੜੇ 2 ਇਵੈਪੋਰੇਟਰ ਆ ਉਹਦੇ ਨਾਲ ਹੀ ਸਾਰਾ ਉਹਨੂੰ ਠੰਡਾ ਕਰਦਾ ਆ। ਤੇ ਉਹਦੇ ਵਿੱਚ ਕੋਈ ਮਤਲਬ ਕਿ ਜਿਹੜੀ ਆਵਾਜ਼ ਨਹੀਂ ਆਉਂਦੀ ਉਹਦੀ ਟ੍ਰੇਲਰ ਦੀ। ਤੇ ਇੱਕ ਵਾਰੀ ਫਿਲਅਪ ਕਰਨ ਦੇ ਨਾਲ ਤੁਹਾਡਾ ਜਿਹੜਾ ਆ ਉਹ ਜਿਹੜਾ ਟ੍ਰੇਲਰ ਹੈਗਾ ਆ, ਰੀਫਰ ਜਿਹੜਾ ਯੂਨਿਟ ਆ, ਉਹ ਅਬਾਊਟ 50 ਘੰਟੇ ਤੱਕ ਉਹ ਰੀਫਰ ਜਿਹੜਾ ਉਹ ਚੱਲਦਾ ਰਹਿੰਦਾ 1 ਫਿਲ ਆਊਟ ਦੇ ਵਿੱਚ, ਜਿਹੜਾ $100 ਦਾ ਪੈਂਦਾ। ਜੀ ਬਿਲਕੁਲ, ਔਰ ਲੱਗਦਾ ਕਿ ਸ਼ਾਇਦ ਭਵਿੱਖ ਇਸੇ ਤਕਨੀਕ ਦਾ, ਇਸੇ ਟੈਕਨੋਲੋਜੀ ਦਾ। ਅੱਛਾ ਢਿੱਲੋਂ ਸਾਹਿਬ, ਇੱਕ ਜਿਹੜੀ ਅਪਡੇਟ ਆਈ ਸੀ ਕਿ ਵੈਨਕੂਵਰ ਜਿਹੜਾ ਫਰੇਜ਼ਰ ਪੋਰਟ ਆ ਉਹਦੇ ਸੰਬੰਧੀ ਥੋੜੀ ਜਾਣਕਾਰੀ ਦਿਓ। ਬਿਲਕੁਲ ਜੀ, ਜਿਹੜਾ ਵੈਨਕੂਵਰ ਫਰੇਜ਼ਰ ਪੋਰਟ ਹੈਗਾ ਆ, ਜਿਹੜਾ ਵੈਨਕੂਵਰ ਫਰੇਜ਼ਰ ਪੋਰਟ ਅਥਾਰਟੀ ਹੈਗੀ ਆ, ਉਹਨਾਂ ਨੇ ਰੇਲ ਇੰਕ ਦੇ ਨਾਲ ਰਲ ਕੇ ਜਿਹੜਾ ਇੱਕ ਡੈਸ਼ਬੋਰਡ ਜਿਹੜਾ ਉਹ ਸਟਾਰਟ ਕੀਤਾ ਹੈਗਾ। ਮਨਦੀਪ, ਇੱਥੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰ ਦਿੰਦਾ ਕਿ ਜਿੰਨੀਆਂ ਵੀ ਇਹ ਪੋਰਟ ਅਥਾਰਟੀਜ਼ ਹੈਗੀਆਂ ਜਾਂ ਜਿੰਨੀਆਂ ਵੀ ਟਰੱਕਿੰਗ ਇੰਡਸਟਰੀ ਹੈਗੀ ਆ, ਇਹ ਟੈਕਨੋਲੋਜੀ ਦੀ ਵੱਲ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਟੈਕਨੋਲੋਜੀ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਇਹਨਾਂ ਜਗ੍ਹਾ ਦੇ ਉੱਤੇ ਆ ਰਹੀ ਹੈਗੀ ਆ। ਔਰ ਇੱਕ ਜਿਹੜੀ ਅੱਗੇ ਨਾਰਮਲ ਢੰਗ ਦੇ ਨਾਲ ਜਿਹੜਾ ਇੱਕ ਕੰਟੇਨਰਸ ਨੂੰ ਜਾਂ ਜਿਹੜੀ ਸ਼ਿਪਿੰਗ ਸੀਗੀ ਉਹਨੂੰ ਮੈਨੇਜ ਕੀਤਾ ਜਾਂਦਾ ਸੀਗਾ, ਉਹ ਹੁਣ ਇਲੈਕਟ੍ਰੋਨਿਕਲੀ ਮੈਨੇਜ ਹੋਣ ਲੱਗ ਗਿਆ। ਔਰ ਇਲੈਕਟ੍ਰੋਨਿਕਲੀ ਮੈਨੇਜ ਹੋਣ ਦੇ ਨਾਲ ਜਿਹੜਾ ਵਰਕ ਫਲੋ ਦੇ ਵਿੱਚ ਫਾਇਦਾ ਹੁੰਦਾ ਆ, ਉਹ ਜਿਹੜਾ ਆ ਉਹ ਵਰਕ ਫਲੋ ਦੇ ਵਿੱਚ ਫਾਇਦਾ ਹੋਣ ਕਰਕੇ ਜਿਹੜਾ ਕੰਮ ਹੈਗਾ ਆ ਉਹ ਅੱਗੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਉਹ ਕੰਮ ਕੀਤਾ ਜਾਂਦਾ ਆ, ਕੰਮ ਹੋ ਜਾਂਦਾ ਆ। ਕਿਉਂਕਿ ਟੈਕਨੋਲੋਜੀ ਇੱਕ ਐਸੀ ਚੀਜ਼ ਹੈਗੀ ਆ
ਜਿਹਦੇ ਵਿੱਚ ਕੀ ਤੁਸੀਂ ਕਾਫੀ ਹੱਦ ਤੱਕ ਸਪੀਡ ਅਪ ਕੰਮ ਕਰ ਸਕਦੇ ਆ। ਸੋ ਇਹਦੇ ਜੀ ਜਿਹੜਾ ਵੈਂਕੂਵਰ ਫਰੇਜ਼ਰ ਪੋਰਟ ਅਥਾਰਟੀ ਹੈਗੀ ਆ, ਉਹਨਾਂ ਨੇ ਕਾਫੀ ਵਧੀਆ ਪ੍ਰੋਗਰੈਸ ਕੀਤੀ ਹੈਗੀ ਆ। ਉਹਦੇ ਨਾਲ ਰੇਲ ਲਿੰਕ ਦੇ ਨਾਲ ਜਿਹੜੀ ਇਹਨਾਂ ਨੇ ਇਹ ਡੈਸ਼ਬੋਰਡ ਦੀ ਇਨਵੈਸਟਮੈਂਟ ਕੀਤੀ ਹੈਗੀ ਆ। ਸੋ ਇਹਨਾਂ ਨੇ ਇਹ ਦੱਸਿਆ ਹੈਗਾ ਕਿ ਇਹਨਾਂ ਦੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਦੇ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਜੇਮਸ ਸਟਰੀਟ ਐਸੋਸੀਏਟ ਦੇ ਬਿਲ ਫਾਰਨਵਾਲਡ, ਉਹਨਾਂ ਨੇ ਕਾਫੀ ਰਿਸਰਚ ਜਿਹੜੀ ਇਹਦੇ ਉੱਤੇ ਕੀਤੀ ਹੈਗੀ ਆ, ਔਰ ਇਹਦੇ ਬਾਰੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਕੇਸ ਸਟੱਡੀ ਹੈਗੀ ਉਹਨਾਂ ਨੇ ਪ੍ਰੈਜ਼ੈਂਟ ਕੀਤੀ ਆ ਕਿ ਇਹਦੇ ਨਾਲ ਜਿਹੜਾ ਆ ਜਿਹੜੀ ਪੋਰਟ ਅਥਾਰਟੀ ਹੈਗੀ ਆ, ਵੈਂਕੂਵਰ ਫਰੇਜ਼ਰ ਪੋਰਟ ਅਥਾਰਟੀ ਹੈਗੀ ਆ, ਉਹਨਾਂ ਦੇ ਕੰਮ ਦੇ ਵਿੱਚ ਬਹੁਤ ਵਾਧਾ ਹੋਇਆ ਹੈਗਾ। ਪੋਰਟ ਅਥਾਰਟੀ ਨੇ ਲਾਸਟ ਜਿਹੜਾ ਈਅਰ ਹੈਗਾ ਆ ਉਹਦੇ ਚ 1,44,000 ਮਿਲੀਅਨ ਟਨ ਕਾਰਗੋ ਜਿਹੜਾ ਉਹ ਮੂਵ ਕੀਤਾ ਸੀਗਾ, ਜਿਹੜਾ ਕਿ 35 ਮਿਲੀਅਨ ਟਨ ਜਿਹੜਾ ਵੱਧ ਜਾਣ ਦੀ ਆਸ ਹੈਗੀ ਆ ਅਗਲੇ ਆਉਣ ਵਾਲੇ 4 ਸਾਲਾਂ ਦੇ ਵਿੱਚ। ਸੋ ਬੇਸਿਕਲੀ ਕਾਫੀ ਹੱਦ ਤੱਕ ਜਿਹੜਾ ਇਹਦੇ ਵਿੱਚ, ਕਿਉਂਕਿ ਜਦੋਂ ਤੁਸੀਂ ਤੁਹਾਡੇ ਕੋਲ ਜਗ੍ਹਾ ਦੀ ਲਿਮਿਟ ਹੈਗੀ ਆ, ਜਗ੍ਹਾ ਓਨੀ ਨਹੀਂ ਹੈਗੀ, ਪਰ ਓਨੀ ਜਗ੍ਹਾ ਦੇ ਵਿੱਚ ਹੀ ਤੁਸੀਂ ਜ਼ਿਆਦਾ ਕੰਮ ਕਰਨਾ ਹੈ। ਸੋ ਉਹਦੇ ਲਈ ਫਿਰ ਤੁਹਾਨੂੰ ਜਿਹੜਾ ਆ ਉਹ ਡੈਫੀਨੇਟਲੀ ਟੈਕਨੋਲੋਜੀ ਦਾ ਸਹਾਰਾ ਲੈਣਾ ਪੈਂਦਾ, ਤਾਂ ਕਿ ਉੱਥੇ ਤੁਸੀਂ ਜਿਹੜਾ ਆ ਥੋੜੇ ਸਮੇਂ ਦੇ ਵਿੱਚ ਵੱਧ ਜਿਹੜਾ ਕੰਮ ਉਹ ਕਰ ਸਕੋ। ਸੋ ਇਹ ਟੈਕਨੋਲੋਜੀ ਦਾ ਲਾਭ ਸਿੱਧੇ ਤੌਰ ਤੇ ਟਰੱਕਿੰਗ ਇੰਡਸਟਰੀ ਨੂੰ ਹੋਊਗਾ ਤਾਂ ਕਿ ਥੋੜਾ ਉੱਥੇ ਕੰਮ ਵਧੂਗਾ। ਸੋ ਇਹਦੀ ਸੰਭਾਵਨਾ ਹੈਗੀ ਆ। ਬਿਲਕੁਲ ਜੀ, ਜਦੋਂ ਦੇਖੋ ਟੈਕਨੋਲੋਜੀ ਹੈ ਨਾ, ਜਦੋਂ ਹੁਣ ਜੇ 1,44,000 ਟਨ ਜਿਹੜਾ ਆ ਇਸ ਸਾਲ ਦੇ ਵਿੱਚ ਜਾਂ ਪਿਛਲੇ ਸਾਲ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੀ ਆਮਦ ਹੋਈ ਆ, ਤੇ ਜੇ ਉੱਥੇ 35 ਲੱਖ ਟਨ ਜਿਹੜਾ ਆ ਹੋਰ ਐਕਸਟਰਾ ਵਧਣਾ ਆ ਅਗਲੇ ਆਉਣ ਵਾਲੇ 4 ਸਾਲਾਂ ਦੇ ਵਿੱਚ, ਉਹਦਾ ਮਤਲਬ ਤੇ ਇਹੋ ਹੀ ਹੈ ਨਾ ਕਿ ਉਹਦੇ ਵਿੱਚ ਹੋਰ ਜਿਹੜੀ ਟਰੱਕਿੰਗ ਆ, ਕਿਉਂਕਿ ਹਰ ਇੱਕ ਜਿਹੜਾ ਕੰਟੇਨਰ ਉਤਰਦਾ, ਹਰ ਇੱਕ ਚੀਜ਼ ਜਿਹੜੀ ਉਤਰਦੀ ਆ ਕਿਸੇ ਨਾ ਕਿਸੇ ਟਾਈਮ ਤੇ ਉਹ ਰੇਲ ਨੂੰ ਜ਼ਰੂਰ ਟੱਚ ਕਰਦੀ ਆ, ਰੇਲ ਤੇ ਜਾਂਦੀ ਆ, ਤੇ ਰੇਲ ਤੋਂ ਬਾਅਦ ਉਹ ਕਿਸੇ ਨਾ ਕਿਸੇ ਟਾਈਮ ਤੇ ਟਰੱਕ ਨੂੰ ਜ਼ਰੂਰ ਟੱਚ ਕਰਦੀ ਆ। ਸੋ ਜਿੰਨੀ ਉਹਦੇ ਵਿੱਚ ਆਮਦ ਵਧੇਗੀ, ਜਿੰਨੀ ਉਹਦੇ ਵਿੱਚ ਇਹਦੀ ਕਪੈਸਿਟੀ ਵਧੂਗੀ, ਓਨਾ ਹੀ ਡੈਫੀਨੇਟਲੀ ਜਿਹੜੀ ਟਰੱਕ ਯੂਸੇਜ ਹੈਗੀ ਆ ਉਹ ਵੀ ਉਹਦੇ ਨਾਲ ਵਧੂਗੀ। ਜੀ ਅੱਛਾ, ਬੀਤੇ ਨੇ ਆਪਾਂ ਕੋਈ ਗੱਲ ਕੀਤੀ ਸੀ ਕਿ ਜਿਹੜੇ ਨਵੇਂ ਕੁਝ ਰੂਲ ਲਾਗੂ ਹੋ ਰਹੇ ਨੇ ਸਤੰਬਰ 29 ਤੋਂ, ਸੁਣਿਆ ਹੁਣ ਉਹਦੇ ਸੰਬੰਧੀ ਕੋਈ ਕੋਰਟ ਦੇ ਵਿੱਚ ਮਾਮਲਾ ਚੱਲ ਗਿਆ, ਹਾਲਾਂਕਿ ਰੂਲ ਲਾਗੂ ਹੋ ਰਹੇ ਨੇ, ਪੂਰਾ ਮਾਮਲਾ ਕੀ ਹੈ? ਜੀ ਬਿਲਕੁਲ, ਜਿਹੜੇ ਆਵਰਸ ਆਫ ਸਰਵਿਸ ਦੇ ਰੂਲ ਜਿਹੜੇ 29 ਸਤੰਬਰ ਨੂੰ ਲਾਗੂ ਹੋਣੇ ਨੇ, ਉਹ ਹਾਲ ਦੀ ਘੜੀ ਤਾਂ ਉਹ ਰੂਲ ਜਿਹੜੇ ਆ ਲਾਗੂ ਹੋ ਰਹੇ ਨੇ, ਉਹਦੇ ਉੱਤੇ ਕੋਈ ਵੀ ਐਸਾ ਚੈਲੰਜ ਜਿਹੜਾ ਨਹੀਂ ਹੋ ਸਕਦਾ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਪਰ ਉਹਦੇ ਨਾਲ ਦੇ ਨਾਲ ਜਿਹੜਾ ਆ 3 ਜਿਹੜੇ ਸੇਫਟੀ ਗਰੁੱਪ ਹੈਗੇ ਆ, ਤੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ ਜਿਹੜੀ ਯੂਨੀਅਨ ਹੈਗੀ ਅਮਰੀਕਾ ਦੀ ਸਾਰਿਆਂ ਨਾਲੋਂ ਵੱਡੀ ਤੇ ਸਾਰਿਆਂ ਨਾਲੋਂ ਪਾਵਰਫੁਲ ਯੂਨੀਅਨ ਹੈਗੀ ਆ, ਉਹਨਾਂ ਨੇ ਤੇ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਜਿਹੜਾ ਆ ਉਹ ਲਾਸੂਟ ਉਹਨਾਂ ਨੇ ਠੋਕ ਦਿੱਤਾ ਆ। ਔਰ ਇਹ ਜਿਹੜਾ ਲਾਸੂਟ ਆ, ਇਹ ਪਹਿਲਾਂ ਵੀ ਜਿਹੜਾ ਉਹ ਟਰਾਈ ਕੀਤੀ ਜਾਂਦੀ ਰਹੀ ਆ ਕਿ ਇਹ ਜਿਹੜੇ ਲਾਜ਼ ਆ ਪਿਛਲੇ ਸਾਲ ਦੇ ਜਿਹੜੇ ਬਣ ਰਹੇ ਸੀਗੇ, ਪ੍ਰਪੋਜ਼ਡ ਰੂਲ ਮੇਕਿੰਗ ਜਦੋਂ ਚੱਲ ਰਹੀ ਸੀ, ਉਦੋਂ ਟਰਾਈ ਬਹੁਤ ਕੀਤੀ ਗਈ ਇਹਨੂੰ ਰੋਕਣ ਦੀ। ਤੇ ਇਹਦੇ ਵਿੱਚ ਜਿਹੜੇ ਆ ਟੀਮਸਟਰ ਦੇ ਨਾਲ ਪੇਰੈਂਟਸ ਅਗੇਂਸਟ ਟਾਇਰ ਟਰੱਕਰਸ ਪੈਟ ਤੇ ਸਿਟੀਜ਼ਨ ਫॉर ਰਿਲਾਇਬਲ ਐਂਡ ਸੇਫਟੀ ਹਾਈਵੇਜ਼ ਕ੍ਰੈਸ਼, ਇਹ ਦੋਨੋਂ ਜਿਹੜੇ ਸੇਫਟੀ ਗਰੁੱਪ ਹੈਗੇ ਆ, ਇਹਨਾਂ ਨੇ ਟੀਮਸਟਰ ਦੇ ਨਾਲ ਮਿਲ ਕੇ ਇਹ ਜਿਹੜਾ ਕਾਨੂੰਨ ਹੈਗਾ ਜਿਹੜਾ ਲਾਗੂ ਹੋਣ ਜਾ ਰਿਹਾ ਆ, ਸੋ ਇਹਦੇ ਉੱਤੇ ਜਿਹੜਾ ਇਹ ਲਾਸੂਟ ਇਹ ਠੋਕ ਦਿੱਤਾ। ਪਰ ਜਿਹੜੇ ਇਹਦੇ ਮਾਹਿਰ ਹੈਗੇ ਆ ਔਰ ਇਹਨਾਂ ਦੇ ਆਪਣੇ ਖੁਦ ਦੇ ਵਕੀਲ ਜਿਹੜੇ ਆ, ਉਹ ਇੰਨੀ ਗੱਲ ਮੰਨਦੇ ਆ ਕਿ ਇਹ ਕੇਸ ਦੇ ਹੋਣ ਕਰਕੇ ਜਿਹੜੇ ਇਹ 29 ਤਰੀਕ ਨੂੰ ਲਾਗੂ ਹੋਣੇ ਆ ਕਾਨੂੰਨ, ਇਹ ਕਾਨੂੰਨ ਰੋਕੇ ਨਹੀਂ ਜਾ ਸਕਣਗੇ। ਪਰ ਜੇ ਡਾਊਨ ਦਾ ਲਾਈਨ ਜਾ ਕੇ ਇਹਦਾ ਫੈਸਲਾ ਇਹਨਾਂ ਦੇ ਹੱਕ 'ਚ ਹੁੰਦਾ ਆ, ਤੇ ਉਦੋਂ ਜਾ ਕੇ ਜਿਹੜੇ ਇਹ ਕਾਨੂੰਨ ਆ, ਇਹ ਕਾਨੂੰਨ ਨੂੰ ਜਿਹੜਾ ਆ ਰੋਕਿਆ ਜਾ ਸਕਦਾ ਆ। ਪਰ ਜੇ ਆਪਾਂ ਇਸ ਕਾਨੂੰਨ ਦੀ ਗੱਲ ਕਰ ਲਈਏ ਤੇ ਇਹਦੇ ਵਿੱਚ ਵੀ ਜਿਹੜੇ 4 ਜਿਹੜੇ ਮੇਨ ਇਹਨਾਂ ਨੇ ਚੀਜ਼ਾਂ ਰੱਖੀਆਂ ਹੈਗੀਆਂ, ਜਿਹੜੇ 4 ਕਾਨੂੰਨ ਪ੍ਰਪੋਜ਼ ਤਾਂ ਕਾਫੀ ਕੀਤੇ ਸੀਗੇ, ਲੇਕਿਨ 4 ਜਿਹੜੇ ਆ ਉਹ ਮਨਜ਼ੂਰ ਹੋਏ ਆ, ਜਿਹਦੇ ਵਿੱਚ ਕਿ ਜਿਹੜੀ ਲੋਕਲ ਸ਼ਾਰਟ ਹਾਲ ਦੀ ਜਿਹੜੀ ਐਗਜ਼ੰਪਸ਼ਨ ਸੀਗੀ, ਪਹਿਲਾਂ ਉਹ 100 ਮੀਲ ਦੀ ਹੁੰਦੀ ਸੀਗੀ, ਤੇ ਹੁਣ ਉਹਨੂੰ ਵਧਾ ਕੇ 150 ਮੀਲ 에ਅਰ ਮਾਈਲ ਕਰ ਦਿੱਤਾ ਗਿਆ। ਸੋ ਸੜਕੀ ਆਵਾਜਾਈ ਦੇ ਉੱਤੇ ਇਹਨੂੰ 172 ਪੁਆਇੰਟ ਕੁਛ ਮਾਈਲ ਮੰਨਿਆ ਜਾਂਦਾ ਹੈ, ਜਿਹੜੇ 150 ਮਾਈਲ 에ਅਰ ਮਾਈਲ ਹੁੰਦੇ ਆ। ਸੋ ਉਹ ਇੱਕ 100 ਮੀਲ ਦੇ ਦਾਇਰੇ ਦੇ ਵਿੱਚ ਜੇ ਤੁਸੀਂ ਲੋਕਲ ਟਰੱਕ ਚਲਾਉਂਦੇ ਸੀਗੇ ਤੇ ਤੁਹਾਨੂੰ ELD ਯੂਜ਼ ਕਰਨ ਦੀ ਲੋੜ ਨਹੀਂ ਸੀ। ਹੁਣ ਉਹ ਦਾਇਰਾ ਵਧਾ ਕੇ ਜਿਹੜਾ ਉਹ 150 에ਅਰ ਮਾਈਲ ਕਰ ਦਿੱਤਾ ਗਿਆ, ਯਾਨੀ ਕਿ 172.5 ਜਿਹੜਾ ਜਾਂ 172.4 ਮਾਈਲ ਦਾਇਰਾ ਜਿਹੜਾ ਆ ਰੇਡੀਅਸ ਦੇ ਵਿੱਚ, ਸਰਕਲ ਦੇ ਵਿੱਚ ਤੁਸੀਂ ਲਾਗ ਬੁੱਕ ਤੁਹਾਨੂੰ ਯੂਜ਼ ਕਰਨੀ ਜ਼ਰੂਰੀ ਨਹੀਂਗੀ। ਸੋ ਇਸ ਤੋਂ ਬਾਅਦ ਜਿਹੜਾ ਦੂਸਰਾ ਲਾਅ ਹੈਗਾ ਇਹਦਾ, ਉਹਦੇ ਵਿੱਚ ਹੈਗਾ ਕਿ ਜਿਹੜੀ ਸਲੀਪਰ ਬਰਥ ਹੈਗੀ ਆ, ਉਹ ਪਹਿਲਾਂ 8-2 ਦੇ ਵਿੱਚ ਤੁਸੀਂ ਸਪਲਿਟ ਕਰ ਸਕਦੇ ਸੀਗੇ, ਉਹਨੂੰ ਹੁਣ ਇੱਕ ਪ੍ਰੋਵੀਜ਼ਨ ਲਾ ਕੇ
7-3 ਦੇ ਵਿੱਚ ਵੀ ਤੁਸੀਂ ਉਹਨੂੰ ਸਪਲਿਟ ਕਰ ਸਕਦੇ ਆ। ਜੇ ਤੁਹਾਡੇ ਕੋਲ ਇਨਫ ਆਵਰਸ ਹੈਗੇ ਆ ਅੱਜ ਦੇ, ਤੁਸੀਂ ਤੇ ਉਹ 7 ਘੰਟੇ ਸੌਂ ਕੇ ਤੁਸੀਂ ਮੁੜ ਕੇ ਆਪਣੇ ਡਿਲੀਵਰੀ ਪੁਆਇੰਟ ਤੇ ਜਾਂ ਪਿਕਅਪ ਪੁਆਇੰਟ ਤੇ ਪਹੁੰਚ ਕੇ ਤੇ 3 ਘੰਟੇ ਉੱਥੇ ਤੁਸੀਂ ਜਿਹੜੀ ਆ ਉਹ ਜਾ ਕੇ ਆਫ ਡਿਊਟੀ ਦੇ ਵਿੱਚ ਵੀ ਪਾ ਕੇ ਤੇ ਆਪਣੀ ਉਹ ਸਲੀਪ ਨੂੰ ਪੂਰਾ ਕਰ ਸਕਦੇ ਆ। ਸੋ ਇਹ ਜਿਹੜਾ ਇੱਕ ਸੈਕੰਡ ਸੀਗਾ ਜਿਹੜਾ ਲਾਅ ਪਾਸ ਹੋਇਆ ਆ, ਜਿਹੜਾ ਲਾਗੂ ਹੋਣਾ ਆ। ਸੋ ਤੀਸਰਾ ਜਿਹੜਾ ਲਾਅ ਹੈਗਾ ਆ ਉਹ ਹੈਗਾ ਜੀ ਜਿਹੜਾ ਤੁਹਾਡਾ ਐਡਵਰਸ ਡਰਾਈਵਿੰਗ ਕੰਡੀਸ਼ਨ ਹੈਗੀ ਆ। ਸੋ ਐਡਵਰਸ ਡਰਾਈਵਿੰਗ ਕੰਡੀਸ਼ਨ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਰਸਤੇ ਦੇ ਵਿੱਚ, ਰਾਹ ਦੇ ਵਿੱਚ, ਜੇ ਤੁਹਾਨੂੰ ਸਨੋ ਪੈ ਗਈ ਆ, ਤੁਹਾਡੇ ਕੋਈ ਅਨਐਕਸਪੈਕਟਡ ਐਕਸੀਡੈਂਟ ਹੋ ਗਿਆ, ਸਟੇਟ ਲਾਅ ਦੇ ਮੁਤਾਬਕ ਉਹ ਫਰੀਵੇ ਬੰਦ ਹੋ ਗਿਆ, ਜਾਂ ਤੁਹਾਡਾ ਕੋਈ ਐਸਾ ਮਸਲਾ ਹੋ ਗਿਆ ਰਾਹ ਦੇ ਵਿੱਚ, ਤਾਂ ਕਿ ਤੁਸੀਂ ਆਪਣੇ ਜਿਹੜੇ ਡਰਾਈਵ ਆਵਰਸ ਹੈਗੇ ਆ ਉਹ ਤੁਸੀਂ 11 ਤੋਂ 13 ਤੱਕ ਵਧਾ ਸਕਦੇ ਆ। ਤੇ ਜਿਹੜੇ ਉਹਦੇ ਨਾਲ ਦੇ ਨਾਲ ਜਿਹੜਾ ਤੁਹਾਡਾ 14 ਘੰਟੇ ਦੀ ਸ਼ਿਫਟ ਆ ਰੋਜ਼ ਦੀ, ਜਾਂ ਉਸ ਦਿਨ ਦੀ 14 ਘੰਟੇ ਦੀ ਸ਼ਿਫਟ ਆ, ਉਹ ਵੱਧ ਕੇ 16 ਘੰਟੇ ਹੋ ਜਾਏਗੀ। ਇਹ ਦੋ ਚੀਜ਼ਾਂ ਕਰਨ ਦੇ ਨਾਲ ਤੁਹਾਡਾ ਜਿਹੜਾ 10 ਘੰਟੇ ਦੀ ਸਲੀਪ ਆ ਉੱਤੇ ਕੋਈ ਫਰਕ ਨਹੀਂ ਪਏਗਾ, ਸਾਈਕਲ ਤੇ ਤੁਹਾਡੇ ਤੇ ਕੋਈ ਫਰਕ ਨਹੀਂ ਪਏਗਾ। ਜਿਹੜੇ 70 ਘੰਟੇ ਵੀਕ ਦੇ ਤੁਸੀਂ ਟਰੱਕ ਚਲਾ ਸਕਦੇ ਆ ਉਸ ਦੇ ਉੱਤੇ ਇਹਦਾ ਕੋਈ ਜਿਹੜਾ ਆ ਉਹ ਨਹੀਂ, ਉਹ ਉਦਾਂ ਦੇ ਉਦਾਂ ਹੀ 70 ਘੰਟੇ ਗਿਣੇ ਜਾਣਗੇ। ਸੋ ਜੇ ਤੁਸੀਂ ਆਪਣੇ ਉਹ 2 ਘੰਟੇ ਐਵਰੇਜ ਤੁਸੀਂ ਵਧਾ ਕੇ ਰੋਜ਼ ਉਹਨੂੰ ਯੂਜ਼ ਕਰਦੇ ਆ ਕਿਸੇ ਢੰਗ ਨਾਲ, ਕਿਸੇ ਤਰੀਕੇ ਨਾਲ, ਤੇ ਉਹ ਜਿਹੜੇ ਆ ਉਹ ਤੁਹਾਡੇ ਅਗੇਂਸਟ ਗਿਣੇ ਜਾਣਗੇ। ਉਹਦਾ ਕੋਈ ਐਗਜ਼ੰਪਸ਼ਨ ਨਹੀਂ ਹੈਗੀ ਕਿ ਜੇ ਮੈਂ 2 ਘੰਟੇ ਐਡਵਰਸ ਕੰਡੀਸ਼ਨ ਦੇ ਲਏ ਆ ਤੇ 2 ਘੰਟੇ ਜਿਹੜੇ ਆ ਮੇਰੇ ਇੱਕ ਮਤਲਬ ਕਿ ਮੇਰੇ ਡਰਾਈਵਿੰਗ 'ਚ ਆ ਗਏ ਆ, ਮੈਂ ਡਰਾਈਵਿੰਗ ਐਕਸਟਰਾ ਕਰ ਲਈ ਆ, ਪਰ ਇਹ ਮੇਰੇ ਗਿਣੇ ਨਹੀਂ ਜਾਣਗੇ। ਨਹੀਂ, ਉਹ ਘੰਟੇ ਜਿਹੜੇ ਆ ਉਹ ਗਿਣੇ ਜਾਣਗੇ। ਸੋ ਇਹ ਜਿਹੜੀ ਇੱਕ ਬੜੀ ਵੱਡੀ ਚੀਜ਼ ਸੀਗੀ ਕਿ ਇਹ ਜਿਹੜੇ 2 ਘੰਟੇ ਵਧਾਏ ਸੀਗੇ, ਕਈਆਂ ਦੇ ਮਨ 'ਚ ਸੀਗਾ ਕਿ 2 ਘੰਟੇ ਵਧਾ ਲਏ ਆ ਲੇਕਿਨ ਇਹ 70 ਘੰਟੇ 'ਚ ਨਹੀਂ ਗਿਣੇ ਜਾਣੇ, ਪਰ ਨਹੀਂ, ਇਹ 70 ਘੰਟੇ 'ਚ ਗਿਣੇ ਜਾਣਗੇ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਚੌਥਾ ਹੈਗਾ ਉਹ ਹੈਗਾ ਕਿ ਜਿਹੜੀ ਤੁਹਾਡੀ ਹਾਫ ਐਨ ਆਵਰ ਦੀ ਰਿਕੁਆਇਰਡ ਜਿਹੜੀ ਆਫ ਡਿਊਟੀ ਬ੍ਰੇਕ ਸੀਗੀ, ਜਿਹੜੀ ਤੁਹਾਨੂੰ ਲੈਣੀ ਜ਼ਰੂਰੀ ਸੀ 8 ਘੰਟੇ ਲਗਾਤਾਰ ਟਰੱਕ ਚਲਾਉਣ ਤੋਂ ਬਾਅਦ, ਜਿਹੜੀ ਅੱਧੇ ਘੰਟੇ ਦੀ ਬ੍ਰੇਕ ਆ ਉਹ ਲੈਣੀ ਲਾਜ਼ਮੀ ਸੀਗੀ, ਉਹ ਹੁਣ ਤੁਸੀਂ ਅੱਧੇ ਘੰਟੇ ਦੀ ਔਨ ਡਿਊਟੀ ਨਾਟ ਡਰਾਈਵਿੰਗ ਦੇ ਵਿੱਚ ਉਹ ਬ੍ਰੇਕ ਲੈ ਸਕਦੇ ਆ। ਸੋ ਉਹਦੇ ਵਿੱਚ ਤੁਹਾਨੂੰ ਜ਼ਰੂਰੀ ਨਹੀਂਗਾ ਕਿ ਤੁਸੀਂ ਆਫ ਡਿਊਟੀ ਕਰਨੀ ਹੈਗੀ ਆ। ਜੇ ਤੁਸੀਂ ਤੇਲ ਪਵਾਉਣੇ ਆ ਜਾਂ ਤੁਸੀਂ ਆਪਣੇ ਲੋਡਿੰਗ ਕਰਦੇ ਆ, ਅਨਲੋਡਿੰਗ ਕਰਦੇ ਆ, ਉਸ ਸਮੇਂ ਤੇ ਵੀ ਤੁਸੀਂ ਇਹ ਅੱਧੇ ਘੰਟੇ ਦੀ ਬ੍ਰੇਕ ਜਿਹੜੀ ਔਨ ਡਿਊਟੀ ਦੇ ਵਿੱਚ ਇਹਨੂੰ ਸੈਟੀਸਫਾਈ ਕਰ ਸਕਦੇ ਹੈਗੇ ਆ। ਸੋ ਇਹ 4 ਲਾਅ ਹੈਗੇ ਆ ਜਿਹੜੇ ਕਿ ਇਸ ਵੇਲੇ 29 ਸਤੰਬਰ ਨੂੰ ਲਾਗੂ ਹੋਣੇ ਨੇ। 29 ਸਤੰਬਰ ਨੂੰ ਇਹਨੂੰ ਲਾਗੂ ਹੋਣ ਤੋਂ ਬਾਅਦ ਦੇਖਿਆ ਜਾਊਗਾ ਕਿ ਇਹਨਾਂ ਦਾ ਕੀ ਅਸਰ ਪੈਂਦਾ। ਥੋੜੀ ਬਹੁਤ ਤਾਂ ਖੁੱਲ੍ਹਮੰਦੀ ਇਹਦੇ ਵਿੱਚ ਮਿਲਦੀ ਹੈਗੀ ਆ, ਪਰ ਪ੍ਰੋਬਲਮ ਉੱਥੇ ਆਉਂਦੀ ਆ ਕਿ ਜਿੱਥੇ ਸਾਡੇ ਜਿਹੜੇ ਕੈਰੀਅਰਸ ਹੈਗੇ ਆ, ਸਾਡੇ ਜਿਹੜੇ ਡਰਾਈਵਰਸ ਹੈਗੇ ਆ, ਉਹ ਫਿਰ ਇਹਨਾਂ ਜਿਹੜੀਆਂ ਪ੍ਰੋਬਲਮ, ਇਹ ਜਿਹੜੀਆਂ ਸਹੂਲਤਾਂ ਹੈਗੀਆਂ, ਇਹਨਾਂ ਨੂੰ ਫਿਰ ਥੋੜਾ ਜਿਹਾ ਮਿਸਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਜਦੋਂ ਮਿਸਯੂਜ਼ ਸ਼ੁਰੂ ਹੋ ਜਾਂਦਾ ਆ ਉਦੋਂ ਫਿਰ ਕਿਤੇ ਨਾ ਕਿਤੇ ਜਾ ਕੇ ਟਰਬਲ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ। ਜੀ ਬਿਲਕੁਲ, ਜਦੋਂ ਮੇਰੇ ਖਿਆਲ ਨਾਲ ਥੋੜੇ ਢਿੱਲ ਮਿਲਦੀ ਹੈ, ਥੋੜਾ ਜਿਹਾ ਅਸੀਂ ਲਾਪਰਵਾਹੀ ਹੋ ਜਾਂਦੇ ਹਾਂ, ਸ਼ਾਇਦ ਉਦੋਂ ਜਾ ਕੇ ਜ਼ਰੂਰ ਸਮੱਸਿਆ ਆਉਂਦੀ ਹੈ। ਖੈਰ ਢਿੱਲੋਂ ਸਾਹਿਬ, ਬਹੁਤ ਅਹਿਮ ਅਪਡੇਟ ਸੀਗੀਆਂ ਜਿਨ੍ਹਾਂ ਬਾਰੇ ਤੁਸੀਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸ਼ੁਕਰੀਆ ਜੀ। ਜੀ, ਸੋ ਇਹ ਸਨ ਕੈਲੀਫੋਰਨੀਆ ਤੋਂ ਢਿੱਲੋਂ ਸਾਹਿਬ, ਜਿਨ੍ਹਾਂ ਨੇ ਕਿ ਜਿਹੜੇ ਵਿਸਥਾਰ ਨਾਲ ਜਿਹੜੀਆਂ ਨਵੀਆਂ ਅਪਡੇਟ ਸੀਗੀਆਂ ਇਸ ਹਫ਼ਤੇ ਦੀਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ। ਸੋ ਇਸੇ ਤਰ੍ਹਾਂ ਅਸੀਂ ਫੇਰ ਆਵਾਂਗੇ, ਫੇਰ ਦੇਵਾਂਗੇ ਟਰੱਕਿੰਗ ਇੰਡਸਟਰੀ ਬਾਰੇ ਖਾਸ ਜਿਹੜੀਆਂ ਨਵੀਆਂ ਅਪਡੇਟਸ ਨੇ। ਸੋ ਤੁਸੀਂ ਦੇਖਦੇ ਰਹੋ TV ਪੰਜਾਬ।